ਹੋਮ ਡਿਪੂ ਦੀ ਵਾਰਨਿੰਗ ਦੱਸਦੀ ਹੈ ਵੀ ਜਿਹੜੇ ਲੋਕ ਜਿਹੜੇ ਨੇ ਆਪਣੀ ਘਰ ਜਿਹੜੇ ਰੈਨੋਵੇਟ ਕਰਦੇ ਸੀ ਉਹ ਘੱਟ ਕਰਨਗੇ। ਈਵਨ ਹਾਊਸਿੰਗ ਮਾਰਕੀਟ 'ਚ ਕਿਉਂਕਿ ਇੰਟਰਸਟ ਬੜੇ ਹਾਈ ਸੀਗੇ, ਉਹਦੇ ਕਰਕੇ ਵੀ ਥੋੜ੍ਹੀ ਜਿਹੀ ਉਹਨਾਂ 'ਚ ਦਿੱਕਤ ਹੈਗੀ ਆ। ਸੋ ਓਵਰਆਲ ਜਿਹੜੀ ਸਿਚੁਏਸ਼ਨ ਹੈ ਕੋਈ ਇੰਨੀ ਰੋਜ਼ੀ ਨਹੀਂ ਹੈਗੀ। ਹਲੇ ਮੇਰੇ ਖਿਆਲ ਨੰਬਰ ਤਾਂ ਸਾਰੇ ਅਵੇਲੇਬਲ ਨਹੀਂ ਆ ਬਾਕਸਿੰਗ ਡੇ ਸੇਲ ਦੇ ਜੀ, ਪਰ ਲੱਗਦਾ ਇਹ ਸੀ ਜਿਵੇਂ ਪਹਿਲਾਂ ਕੁਛ ਰਿਪੋਰਟ ਸੀ ਵੀ ਸ਼ਾਇਦ ਜਿਸ ਤਰ੍ਹਾਂ ਦੇ ਇਕਨੋਮਿਕ ਹਾਲਾਤ ਨੇ ਸ਼ਾਇਦ ਘੱਟ ਹੋਏ, ਪਰ ਭੀੜ ਤੇ ਕਾਫੀ ਜ਼ਿਆਦਾ ਦੇਖੀ ਗਈ ਹੈ। ਜੇ ਤੁਹਾਡੀ ਪਰ ਕੈਪੀਟਾ GDP ਘਟ ਰਹੀ ਹੈ ਜੀ ਤੇ ਤੁਸੀਂ ਨੰਬਰ ਵਧਾ ਰਹੇ ਹੋ ਪਾਪੂਲੇਸ਼ਨ ਦੇ, ਮਤਲਬ ਗਰੀਬ ਲੋਕਾਂ ਦਾ ਨੰਬਰ ਹੀ ਵਧਾ ਰਹੇ ਹੋ ਤੁਸੀਂ। ਇਹ ਇਲਨ ਮਸਕ ਨੂੰ 20 ਸਾਲ ਪਹਿਲਾਂ ਕੌਣ ਜਾਣਦਾ ਸੀ? ਬਿਲ ਗੇਟ ਨੂੰ 30 ਸਾਲ ਪਹਿਲਾਂ ਕੌਣ ਜਾਣਦਾ ਸੀ? ਜੈਫ ਬੇਜ਼ੋਸ ਨੂੰ 20 ਸਾਲ ਪਹਿਲਾਂ ਕੌਣ ਜਾਣਦਾ ਸੀ? ਸਟੀਵ ਜੌਬਸ ਨੂੰ 30 ਸਾਲ ਪਹਿਲਾਂ ਕੌਣ ਜਾਣਦਾ ਸੀ? ਔਰ ਇਹ ਵੀ ਨਹੀਂ ਹੈਗਾ ਵੀ ਕੋਈ ਕਿਸੇ ਸਰਕਾਰ ਦੇ ਨਾਲ ਮਿਲੀ ਜੁਲੀ ਭਗਤ ਦੇ ਨਾਲ, ਇਹਦਾ ਸੈਲਫ ਮੇਡ ਮੈਨ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ ਤੇ ਹੁਣ ਸਮਾਂ ਹੋ ਗਿਆ ਮਾਰਕੀਟ ਅਪਡੇਟ ਦਾ ਤੇ ਸਾਡੇ ਨਾਲ ਸੁਰਿੰਦਰਪਾਲ ਜੀ ਨੇ। ਸੁਰਿੰਦਰਪਾਲ ਜੀ ਕੀ ਹਾਲ ਚਾਲ ਨੇ? ਫਸਟ ਕਲਾਸ ਸ਼ਮੀਲ ਜੀ, ਥੈਂਕ ਯੂ ਵੈਰੀ ਮਚ। ਆਪ ਜੀ ਨੂੰ ਵੀ ਔਰ ਰੈਡ FM ਦੇ ਸਰੋਤਿਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਤੇ ਕੀ ਹਾਲਾਤ ਨੇ ਮਾਰਕੀਟ ਦੇ ਇਸ ਹਫ਼ਤੇ? ਮਾਰਕੀਟ ਦੇਖੋ ਸ਼ਮੀਲ ਜੀ, ਨਾ ਸਿਰਫ ਇਹ ਵੀਕਐਂਡ ਦੀ ਮਾਰਕੀਟ ਹੈ, ਨਾਟ ਓਨਲੀ ਦ ਮੰਥ ਐਂਡ, ਨਾਟ ਓਨਲੀ ਦ ਕੁਆਟਰ ਐਂਡ, ਈਅਰ ਐਂਡ। ਟੁਡੇ ਇਜ਼ ਦ ਲਾਸਟ ਡੇ ਆਫ ਦ ਟ੍ਰੇਡਿੰਗ ਮਾਰਕੀਟ। ਔਰ ਜੇ ਤੁਸੀਂ ਕਾਰਗੁਜ਼ਾਰੀ ਇਸ ਪੂਰੇ ਸਾਲ ਦੀ ਦੇਖਦੇ ਹਾਂ, ਸੋ ਇਹ ਸਾਲ ਹਾਲਾਂਕਿ ਟੋਰਾਂਟੋ ਸਟਾਕ ਇੰਡੈਕਸ ਕੋਈ ਖਾਸ ਪਰਫਾਰਮੈਂਸ ਨਹੀਂ ਹੈ, ਆਲਮੋਸਟ 8% ਦੀ ਪਰਫਾਰਮੈਂਸ ਹੈਗੀ ਆ ਕੰਪੇਅਰ ਟੂ ਇਟਸ ਪੀਅਰਸ। ਅਮੈਰੀਕਨ ਮਾਰਕੀਟ ਨੈਸਡੈਕ ਇਜ਼ ਅਪ 44%, 44%. Dow Jones is up also almost 12%, 12.8%, and S&P is up 25%. ਤੁਸੀਂ ਅਮਰੀਕਨ ਤੋਂ ਇਲਾਵਾ ਜੇ ਯੂਰੋਪੀਅਨ ਮਾਰਕੀਟ ਦੇਖਦੇ ਹਾਂ, ਜਰਮਨ ਇੰਡੈਕਸ ਇਜ਼ ਆਲਸੋ ਅਪ ਮੋਰ ਦੈਨ 20%. ਮੋਸਟ ਆਫ ਦੀ ਜਿਹੜੀਆਂ ਯੂਰੋਪੀਅਨ ਮਾਰਕੀਟਸ ਨੇ ਅਪ ਬਾਈ 15 to 20%, ਐਕਸੈਪਟ ਬ੍ਰਿਟਿਸ਼ ਮਾਰਕੀਟ। ਔਰ ਜੇ ਤੁਸੀਂ ਦੇਖਦੇ ਹੈ ਕਿ ਕਰੰਸੀਜ਼ ਦਾ ਹਾਲ, ਕਰੰਸੀਜ਼ ਵੀ ਜਿਹੜੀਆਂ ਨੇ, ਤੁਸੀਂ ਦੇਖੋ ਇਹ 2020 ਤੋਂ ਬਾਅਦ ਇਹ ਪਹਿਲਾ ਸਾਲ ਹੈ ਕਿ ਅਮਰੀਕਨ ਡਾਲਰ ਜਿਹੜਾ ਹੈ ਉਹਦੀ ਵੀਕਨੈਸ ਝਲਕਣੀ ਸ਼ੁਰੂ ਹੋਈ ਆ। ਔਰ ਅਮਰੀਕਨ ਡਾਲਰ ਅਗੇਂਸਟ, ਹਾਲਾਂਕਿ ਸਾਡਾ ਕੈਨੇਡੀਅਨ ਡਾਲਰ ਇਜ਼ ਆਲਸੋ ਨਾਟ ਡੂਇੰਗ ਗੁੱਡ, ਆਲਮੋਸਟ 76 ਸੈਂਟ ਦੇ ਬਰਾਬਰ ਹੈਗਾ ਆ। ਬ੍ਰਿਟਿਸ਼ ਪਾਊਂਡ ਦੇ ਅਗੇਂਸਟ ਇਟ ਹੈਜ਼ ਲੋਸਟ 5%, ਔਰ ਈਵਨ ਸਵਿਸ ਫਰੈਂਕ ਦੇ ਅਗੇਂਸਟ ਇਟ ਹੈਜ਼ ਲੋਸਟ ਵੈਲਿਊ, ਯੂਰੋ ਦੇ ਅਗੇਂਸਟ ਇਟ ਹੈਜ਼ ਲੋਸਟ ਵੈਲਿਊ, ਈਵਨ ਮੈਕਸੀਕਨ ਪੀਸੋ 14.3% has gained against American dollar। ਔਰ ਇੱਕ ਐਕਸੈਪਸ਼ਨ ਹੈ ਕਿ ਅਮਰੀਕਨ ਡਾਲਰ ਨਹੀਂ ਲੂਜ਼ ਕੀਤਾ ਅਤੇ ਚਾਈਨੀਜ਼ ਕਰੰਸੀ ਦੇ ਅਗੇਂਸਟ ਨਹੀਂ ਲੂਜ਼ ਕੀਤਾ। ਉਹਦੀ ਵਜ੍ਹਾ ਇਹ ਆ ਕਿ ਚਾਈਨਾ ਦੀ ਜਿਹੜੀ ਰੀਅਲ ਸਟੇਟ ਮਾਰਕੀਟ ਹੈ ਉਹ ਪਿਛਲੇ ਇੱਕ ਦਹਾਕੇ ਤੋਂ, ਮੋਰ ਦੈਨ ਇੱਕ ਦਹਾਕੇ ਤੋਂ ਉਹ ਟਰਬਲ 'ਚ ਹੈਗੀ ਆ। ਔਰ ਚਾਈਨੀਜ਼ ਕੰਜ਼ਿਊਮਰ ਇਜ਼ ਨਾਟ ਵੈਰੀ ਕੌਨਫੀਡੈਂਟ ਅਬਾਊਟ ਇਟ। ਨਾ ਹੀ ਕੋਈ ਚਾਈਨੀਜ਼ ਗਵਰਨਮੈਂਟ ਜਿਹੜੀ ਹੈ ਉਹਨੂੰ ਕੋਈ ਬੇਲ ਆਊਟ ਦੇ ਰਹੀ ਹੈ। ਔਰ ਵੈਸੇ ਵੀ ਚਾਈਨਾ ਦੀ ਇਕਾਨਮੀ ਹਾਲਾਂਕਿ ਗਰੋ ਕੀਤੀ ਹੈ, ਲਾਸਟ ਕੁਆਰਟਰ 'ਚ 4.9% ਗਰੋ ਕੀਤੀ ਆ, ਪਰ ਜਿਹੜੀ ਇਕਾਨਮੀ ਡਬਲ ਡਿਜਿਟ 'ਚ ਗਰੋ ਕਰ ਰਹੀ ਹੋਵੇ ਉਹਦੇ ਲਈ 4.9% ਗਰੋ ਕਰਨਾ ਵੀ ਇੱਕ ਤਰ੍ਹਾਂ ਦਾ ਰਿਸੈਸ਼ਨ ਵਰਗੇ ਹਾਲਾਤ ਮਹਿਸੂਸ ਹੁੰਦੇ ਉੱਥੋਂ ਦੇ ਲੋਕਾਂ ਨੂੰ। ਅਤੇ ਐਕਸੈਪਸ਼ਨ ਚਾਈਨੀਜ਼ ਕਰੰਸੀ ਰਹੀ ਆ, ਲੇਕਿਨ ਓਵਰਆਲ ਇੱਕ ਡੈਲੀਬਰੇਟ ਸਟ੍ਰੈਟਜੀ ਵੀ ਹੈ ਅਮਰੀਕਨਸ ਦੀ ਕਿ ਇਹ ਤੁਸੀਂ ਦੇਖੋ ਅਗਲੇ ਸਾਲ ਫਿਰ ਅਮਰੀਕਨ ਡਾਲਰ ਵਿਲ ਲੂਜ਼, ਕਿਉਂਕਿ ਜਦੋਂ ਉਹਨਾਂ ਨੇ ਇੰਟਰਸਟ ਡਿੱਗਣੇ ਸ਼ੁਰੂ ਕਰਨੇ ਆ, ਜਿਸ ਤਰ੍ਹਾਂ ਕਿ ਉਹਨਾਂ ਦੇ ਫੈਡਰਲ ਰਿਜ਼ਰਵ ਚੇਅਰਪਰਸਨ ਨੇ ਪਿਛਲੀ ਮੀਟਿੰਗ 'ਚ ਕਿਹਾ ਵੀ ਸੀ ਵੀ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਦਾ ਅਸ਼ੋਰੈਂਸ ਦਿੱਤੀ ਸੀ ਵੀ 3 times ਬਈ 25 ਬੇਸਿਸ ਪੁਆਇੰਟ ਕਰਕੇ ਇੰਟਰਸਟ ਡਿੱਗਣਗੇ। ਪਰ ਮਾਰਕੀਟ ਜੋ ਸਟਾਕ ਮਾਰਕੀਟ ਇਹ ਮੰਨ ਕੇ ਚੱਲ ਰਹੀ ਹੈ ਵੀ ਐਟਲੀਸਟ 5 times ਹੀ ਵਿਲ ਰਿਡਿਊਸ ਇੰਟਰਸਟ ਰੇਟਸ। ਸੋ ਜਦੋਂ ਇੰਟਰਸਟ ਰਿਡਿਊਸ ਕਰਦੇ ਨੇ, ਨੈਚੁਰਲੀ ਗੱਲ ਹੈ ਜੀ ਕਿ ਉਹ ਕਰੰਸੀ ਦੀ ਵੈਲਿਊ ਲੂਜ਼ ਹੁੰਦੀ ਆ, ਬਟ ਦੇ ਵਿਲ ਗੇਨ ਦੀ ਐਕਸਪੋਰਟਸ, ਕਿਉਂਕਿ ਅਮਰੀਕਨ ਡਾਲਰ ਦਾ ਜਿਹੜਾ ਡੋਮੀਨੈਂਸ ਸੀਗਾ ਉਹਨਾਂ ਦੀ ਐਕਸਪੋਰਟ ਘਟ ਜਾਂਦੀ ਹੈ। ਇਸ ਤਰੀਕੇ ਨਾਲ ਅਮਰੀਕਨ ਜਿਹੜੇ ਨੇ ਆਪਣੀ ਤੁਸੀਂ ਕਹਿ ਲਓ ਕਿ ਅਰਥ ਵਿਵਸਥਾ ਨੂੰ ਵੀ ਸਹੀ ਕਰਦੇ ਨੇ। ਤੋ ਇਹ ਕਹਿਣ ਦਾ ਭਾਵ ਇਹ ਹੈ ਕਿ ਇੱਕ ਜਦੋਂ ਅਸੀਂ ਇਨਵੈਸਟਮੈਂਟ ਕਰਦੇ ਹਾਂ, ਕਰੰਸੀ ਦਾ ਬਹੁਤ ਵੱਡਾ ਰੋਲ ਹੁੰਦਾ ਆ। ਕਿਉਂਕਿ ਦੇਖੋ ਅਕਸਰ ਕਈ ਲੋਕ ਮੈਂ ਜਾਣਦਾ ਇੱਥੇ ਆਪਣੇ ਭਾਰਤੀ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਕਹਿੰਦੇ ਜੀ ਇੰਡੀਆ ਸਾਨੂੰ ਇੰਨਾ 8% ਵਿਆਜ ਮਿਲਦਾ ਜੀ, ਬਟ ਦੇ ਫੋਰਗੈਟ ਟੂ ਅੰਡਰਸਟੈਂਡ ਕਿ ਇੰਡੀਅਨ ਰੁਪੀ ਅਮਰੀਕਨ ਡਾਲਰ ਦੇ, ਮੈਂ ਕਹੂੰਗਾ ਹਰ ਚੀਜ਼ ਤੁਸੀਂ ਅਮਰੀਕਨ ਡਾਲਰ ਇਜ਼ ਅ ਬੈਂਚਮਾਰਕ, ਉਹਦੇ ਅਗੇਂਸਟ 6 to 8% ਤਾਂ ਐਵਰੀ ਈਅਰ ਲੂਜ਼ ਕਰਦਾ ਵੈਲਿਊ। 6 to 8% ਜੋ ਤੁਸੀਂ ਲੂਜ਼ ਕਰਦੇ ਹੈ। ਦੂਸਰੀ ਗੱਲ ਫਿਰ ਕਰੰਸੀ ਟ੍ਰੇਡਿੰਗ ਤੁਸੀਂ ਫੈਕਟਰ ਹੁੰਦਾ ਆ। ਤੁਸੀਂ ਅਮਰੀਕਨ ਡਾਲਰ ਲੈਣਾ ਜਾਂ ਵੇਚਣਾ ਉਹਦੇ ਰੇਟ ਅਲੱਗ ਹੁੰਦੇ ਆ, ਚਾਹੇ ਇੰਡੀਅਨ ਰੁਪੀ ਤੋਂ ਲੈਣਾ ਚਾਹੇ ਕੈਨੇਡੀਅਨ ਡਾਲਰ ਤੋਂ ਲੈਣਾ ਆ। ਅਤੇ ਯੂਜ਼ਲੀ 2 ਤੋਂ 4% ਤੁਸੀਂ ਜਦੋਂ ਕਰੰਸੀ ਟ੍ਰੇਡਿੰਗ ਵਾਲੇ ਲੂਜ਼ ਕਰਦੇ ਆ,
ਤੁਸੀਂ ਪਹਿਲਾਂ ਬਾਏ ਕਰੋਗੇ ਅਮਰੀਕਨ ਡਾਲਰ ਤਾਂ 2-4% ਲੂਜ਼ ਕਰੋਗੇ। ਫਿਰ ਜੇ ਤੁਹਾਡੀ ਕਰੰਸੀ 5-7% ਡਿਪਰੀਸ਼ੀਏਟ ਹੋ ਰਹੀ ਹੈ ਉਹਦੇ ਅਗੇਂਸਟ, ਤੁਸੀਂ ਉਹ ਲੂਜ਼ ਕਰੋਗੇ। ਫਿਰ ਜਦੋਂ ਵਾਪਸ ਤੁਸੀਂ ਉਹਨੂੰ ਆਪਣੀ ਕਰੰਸੀ 'ਚ ਲੈ ਕੇ ਆਓਗੇ ਫਿਰ 2-4% ਤੁਸੀਂ ਲੂਜ਼ ਕਰੋਗੇ। ਸੋ ਕਹਿਣ ਦਾ ਭਾਵ ਇਹ ਹੈ ਕਿ ਕਰੰਸੀ ਮੇਕਸ ਅ ਹਿਊਜ ਇੰਪੈਕਟ ਇਨ ਯੋਰ ਇਨਵੈਸਟਮੈਂਟ ਯੀਲਡ ਦੇ ਅੰਦਰ। ਇਨਵੈਸਟਮੈਂਟ ਜਿਹੜੀ ਤੁਸੀਂ ਕਰਦੇ ਆ, ਮਤਲਬ ਤੁਸੀਂ ਇਹ ਨਾ ਸੋਚ ਕੇ ਚੱਲੋ ਵੀ ਮੈਨੂੰ ਇੱਥੇ 12% ਮਿਲ ਰਿਹਾ। ਇਨ ਵਾਟ ਕਰੰਸੀ, ਤੁਹਾਡੀ ਕਰੰਸੀ ਕਿੰਨੀ ਕੁ ਉਹ ਸਟਰੋਂਗ ਹੈਗੀ ਆ। ਸੋ ਦੈਟ ਮੇਕਸ ਅ ਹਿਊਜ ਇੰਪੈਕਟ। ਕਰੰਸੀ ਦਾ ਨਾਲ ਇਨਵੈਸਟਮੈਂਟ ਨਾਲ ਜਿਹੜਾ ਕਨੈਕਸ਼ਨ ਹੈ ਉਹਦੇ ਬਾਰੇ ਆਪਾਂ ਬਾਅਦ 'ਚ ਹੋਰ ਅੱਗੇ ਜਾ ਕੇ ਗੱਲ ਕਰਾਂਗੇ। ਫਿਲਹਾਲ ਜਿਹੜਾ ਤੁਸੀਂ ਅਮਰੀਕਨ ਡਾਲਰ ਦੀ ਗੱਲ ਕੀਤੀ ਹੈ, ਇਹ ਕੁਛ ਅਮਰੀਕਨ ਦੀ ਜੋ ਇਕੋਨਮੀ ਹੈ ਉਹਦੇ ਬਾਰੇ ਵੀ ਕੁਛ ਇੰਡੀਕੇਟ ਕਰ ਰਿਹਾ? Yes, economy is telling us American economy ke will be soft lending. ਤਾਂ ਹੀ ਜਿਹੜੇ ਨੇ ਫੈਡਰਲ ਰਿਜ਼ਰਵ ਉਹ ਇੰਟਰਸਟ ਡਿੱਗਣੇ ਸ਼ੁਰੂ ਕਰਨਗੇ। ਸੈਕਿੰਡ ਜਿਹੜੀ ਹੈ ਕਿ ਇਨਫਲੇਸ਼ਨ ਵੀ ਜਿਹੜੀ ਹੈ ਕਾਫੀ ਹੱਦ ਤੱਕ ਮਤਲਬ ਹਲੇ 2% ਤਾਂ ਨਹੀਂ ਹੋਈ, ਸਾਡੇ ਇੱਥੇ 3.2% ਹੈਗੀ ਆ, ਉੱਥੇ ਵੀ ਮੋਰ ਦੈਨ 3% ਹੈਗੀ ਆ। ਲੇਕਿਨ ਇਹ ਅੰਦਾਜ਼ਾ ਹੈਗਾ ਕਿ ਅਗਲੇ ਸਾਲ ਜਿਹੜੀ ਹੈ 2% ਹੋ ਜਾਏਗੀ ਔਰ ਐਕਸੈਸ ਸਪਲਾਈ ਸ਼ੁਰੂ ਹੋ ਜਾਏਗੀ। ਔਰ ਲੇਕਿਨ ਇਹ ਵੀ ਹੈਗਾ ਕਿ ਅਮਰੀਕਨ ਕੰਜ਼ਿਊਮਰ ਦੀ ਬਾਇੰਗ ਪਾਵਰ ਵੀ ਜਿਹੜੀ ਆ ਉਹ ਘਟ ਰਹੀ ਹੈ ਸਰ। ਕਿਉਂਕਿ ਤੁਸੀਂ ਦੇਖੋ ਪਿੱਛੇ ਵਾਰਨਿੰਗਸ ਦਿੱਤੀਆਂ, ਜਿਸ ਤਰ੍ਹਾਂ ਪਹਿਲਾਂ ਵਾਲਮਾਰਟ ਵਰਗੀ ਕੰਪਨੀ ਨੇ ਵਾਰਨਿੰਗ ਦਿੱਤੀ ਆ। ਵਾਲਮਾਰਟ ਕੋਲ ਤਾਂ ਇੰਨੀ ਲਗਜ਼ਰੀ ਗੁੱਡਸ ਹੁੰਦੀਆਂ ਨਹੀਂ, ਆਮ ਗਰੋਸਰੀ ਦੀ ਗੁੱਡਸ ਹੁੰਦੀਆਂ, ਉਹ ਕੰਪਨੀ ਨੇ ਵਾਰਨਿੰਗ ਦਿੱਤੀ ਹੈ। ਹੋਰ ਹੋਮ ਡਿਪੋ ਨੇ ਵਾਰਨਿੰਗ ਦਿੱਤੀ ਹੈ। ਹੋਮ ਡਿਪੋ ਦੀ ਵਾਰਨਿੰਗ ਦੱਸਦੀ ਹੈ ਵੀ ਜਿਹੜੇ ਲੋਕ ਜਿਹੜੇ ਨੇ ਆਪਣੀ ਘਰ ਜਿਹੜੇ ਰੈਨੋਵੇਟ ਕਰਦੇ ਸੀ ਉਹ ਘੱਟ ਕਰਨਗੇ। ਈਵਨ ਹਾਊਸਿੰਗ ਮਾਰਕੀਟ 'ਚ ਕਿਉਂਕਿ ਇੰਟਰਸਟ ਬੜੇ ਹਾਈ ਸੀਗੇ, ਉਹਦੇ ਕਰਕੇ ਵੀ ਥੋੜ੍ਹੀ ਜਿਹੀ ਉਹਨਾਂ 'ਚ ਦਿੱਕਤ ਹੈਗੀ ਆ। ਸੋ ਓਵਰਆਲ ਜਿਹੜੀ ਸਿਚੁਏਸ਼ਨ ਹੈ ਕੋਈ ਇੰਨੀ ਰੋਜ਼ੀ ਨਹੀਂ ਹੈਗੀ, ਇਸ ਕਰਕੇ ਜਿਹੜਾ ਹੈ ਉਹ। ਅਤੇ ਇਸ ਜਿਵੇਂ ਤੁਸੀਂ ਹੁਣ ਬਾਇੰਗ ਪਾਵਰ ਦੀ ਗੱਲ ਕੀਤੀ ਅਮਰੀਕਨ ਕੰਜ਼ਿਊਮਰ ਦੀ, ਇੱਥੇ ਵੀ ਹੁਣ ਜਿਹੜਾ ਬਾਕਸਿੰਗ ਡੇ ਬਾਰੇ ਅਸੀਂ ਗੱਲ ਕੀਤੀ ਸੀ ਜੀ, ਹਾਲੇ ਮੇਰੇ ਖਿਆਲ ਨੰਬਰ ਤਾਂ ਸਾਰੇ ਅਵੇਲੇਬਲ ਨਹੀਂ ਆ ਬਾਕਸਿੰਗ ਡੇ ਸੇਲ ਦੇ ਜੀ, ਪਰ ਲੱਗਦਾ ਇਹ ਸੀ ਜਿਵੇਂ ਪਹਿਲਾਂ ਕੁਛ ਰਿਪੋਰਟ ਸੀ ਵੀ ਸ਼ਾਇਦ ਜਿਸ ਤਰ੍ਹਾਂ ਦੇ ਇਕਨੋਮਿਕ ਹਾਲਾਤ ਨੇ ਸ਼ਾਇਦ ਘੱਟ ਹੋਏ, ਪਰ ਭੀੜ ਤਾਂ ਕਾਫੀ ਜ਼ਿਆਦਾ ਦੇਖੀ ਗਈ ਆ। ਭੀੜ ਸਰ ਬਿਕਾਜ਼ ਆਫ ਇਮੀਗ੍ਰੇਸ਼ਨ। ਤੁਸੀਂ ਦੇਖੋ ਸਰ 3-3.5 ਲੱਖ ਬੰਦਾ ਇੱਕ ਕੁਆਰਟਰ 'ਚ ਆਇਆ। ਉਹਨਾਂ ਦੀ ਫਸਟ ਵਿੰਟਰ ਆ, ਉਹਨਾਂ ਨੇ ਵੀ ਕੁਝ ਕੱਪੜੇ ਲੀੜੇ ਲੈਣੇ ਆ, ਵਿੰਟਰ ਕਲੋਥਸ ਲੈਣੇ ਆ, ਵਿੰਟਰ ਸ਼ੂਜ਼ ਲੈਣੇ ਆ, ਵਿੰਟਰ ਜੈਕਟਸ ਲੈਣੀਆਂ, ਭਾਵੇਂ ਕਿਤੋਂ ਵੀ ਆਏ ਨੇ। ਅਤੇ ਬੇਸ਼ੱਕ ਤੁਸੀਂ ਜੇ ਦੇਖੋਗੇ ਪਰ ਪਰਸਨ ਪਰਚੇਜ਼ਿੰਗ ਪਾਵਰ ਜਿਹੜੀ ਆ ਉਹ ਪਿਛਲੇ 5 ਸਾਲ 'ਚ ਘਟੀ ਆ। ਓਕੇ, ਲੇਕਿਨ ਇਕਾਨਮੀ ਐਕਸਪੈਂਡ ਕੀਤੀ ਆ, ਉਹਨੇ ਸ਼ੇਅਰ ਵਰਚੂ ਆਫ ਇਮੀਗ੍ਰੇਸ਼ਨ। ਔਰ ਜੇ ਇਮੀਗ੍ਰੇਸ਼ਨ ਨਾ ਹੋਏ ਤਾਂ ਸਰ ਇਕਾਨਮੀ ਦਾ ਪੱਠਾ ਪੈ ਜਾਣਾ ਸੀ। ਪਰ ਕੁਛ ਪਿੱਛੇ ਜੇ ਕੁਛ ਇਸ ਤਰ੍ਹਾਂ ਦੀਆਂ ਰਿਪੋਰਟਸ ਆਈਆਂ ਨੇ ਨਾ ਕਿ ਪਰ ਕੈਪੀਟਾ GDP ਜੀ ਕਿਉਂ ਘਟੀ ਹੈ? ਯਸ, ਉਹੀ ਦੱਸ ਰਿਹਾ, ਪਰਚੇਜ਼ਿੰਗ ਪਰ ਪਰਸਨ ਜਿਹੜੀ ਉਹ ਘਟੀ ਹੈ ਸਰ। ਪਿਛਲੇ 5 ਸਾਲ ਤੋਂ ਘਟੀ ਹੈ ਸਰ, ਲੇਕਿਨ ਬਿਕਾਜ਼ ਆਫ ਇਮੀਗ੍ਰੇਸ਼ਨ। ਪਰ ਫਿਰ ਇਹ ਕੀ ਗੱਲ ਬਣੀ ਜੇ ਤੁਹਾਡੀ ਪਰ ਕੈਪੀਟਾ GDP ਘਟ ਰਹੀ ਹੈ ਜੀ, ਤੇ ਤੁਸੀਂ ਨੰਬਰ ਵਧਾ ਰਹੇ ਹੋ ਪਾਪੂਲੇਸ਼ਨ ਦੇ, ਮਤਲਬ ਗਰੀਬ ਲੋਕਾਂ ਦਾ ਨੰਬਰ ਹੀ ਵਧਾ ਰਹੇ ਹੋ ਤੁਸੀਂ। ਯਸ, ਐਬਸੋਲੂਟਲੀ ਸਰ। ਇਹ ਹੁਣ ਆਈ ਡੋਂਟ ਵਾਂਟ ਟੂ ਸੇ ਈਵਨ ਹੁਣ ਇੰਡੀਆ ਲਈ ਵੀ ਬਹੁਤ ਵਾਰੀ ਕਈ ਜਿਹੜੇ ਭਗਤ ਲੋਕ ਗੱਲ ਕਰਦੇ ਜੀ ਵਿਲ ਬੀ ਇੰਨੇ ਟ੍ਰਿਲੀਅਨ ਦੀ ਇਕੋਨਮੀ ਬਣ ਜਾਏਗੀ। ਦੇ ਡੋਂਟ ਨੋ ਈਵਨ ਕਿ ਜ਼ੀਰੋ ਕਿੰਨੀਆਂ ਹੁੰਦੀਆਂ ਟ੍ਰਿਲੀਅਨ 'ਚ, ਲੇਕਿਨ ਦੇ ਡੋਂਟ ਅੰਡਰਸਟੈਂਡ ਕਿ ਪਰ ਪਰਸਨ GDP ਕਿੰਨੀ ਕੁ ਉੱਥੇ। ਇਟਸ ਲੈਸ ਦੈਨ $2,000, ਲੈਸ ਦੈਨ $2,000। ਕੈਨੇਡਾ 'ਚ ਫਿਰ ਵੀ $40,000-$45,000 ਹੋਏਗੀ। ਅਤੇ ਮਤਲਬ ਕਹਿਣ ਦਾ ਭਾਵ ਹੈ ਸਰ ਕਿ ਤੁਸੀਂ ਦੇਖੋ ਵੀ ਪਰ ਪਰਸਨ ਗਰੋ ਕਰਨੀ ਚਾਹੀਦੀ ਹੈ। ਦੈਟ ਇਜ਼ ਅ ਹੈਲਦੀ ਇਕੋਨਮੀ ਸਰ, ਨਾ ਕਿ ਤੁਸੀਂ ਇੱਕ ਆਪਣਾ ਨੰਬਰ ਵਧਾਉਣ ਲਈ ਕਹਿਤਾ ਜੀ ਅਸੀਂ 5th ਲਾਰਜੈਸਟ ਇਕੋਨਮੀ ਬਣ ਗਏ ਜਾਂ 3rd ਲਾਰਜੈਸਟ ਬਣ ਗਏ। ਈਵਨ ਕੈਨੇਡਾ ਯੂਜ਼ ਟੂ ਬੀ ਹਾਲੇ ਵੀ ਹੈ 8ਵੇਂ-10ਵੇਂ ਨੰਬਰ 'ਤੇ ਇਕੋਨਮੀ ਹੋਏਗੀ, ਲੇਕਿਨ ਇਹ ਹੁਣ ਜੇ ਕੈਨੇਡੀਅਨ ਇਕਾਨਮੀ ਵੀ ਉਸੇ ਰਾਹ 'ਤੇ ਗਰੋ ਕਰ ਰਹੀ ਹੈ। ਚੱਲ ਪਏ ਆ ਜੇ ਇਸੇ ਰਸਤੇ 'ਤੇ ਚੱਲਦੇ ਰਹੇ ਤਾਂ ਅਗਲੇ 5-7 ਸਾਲਾਂ 'ਚ ਹਾਲਾਤ ਕਾਫੀ ਖਰਾਬ ਹੋ ਸਕਦੇ ਨੇ। ਆਮ ਸਟਿਲ ਆਪਟੀਮਿਸਟਿਕ। ਹਾਲਾਤ ਦੇਖੋ ਸਰ ਇਸ ਤਰ੍ਹਾਂ ਹੈ ਕਿ ਆਈ ਥਿੰਕ ਦੈਟ ਦ ਗਵਰਨਮੈਂਟ ਇਜ਼ ਕੈਚਿੰਗ ਅਪ ਨਾਓ, ਕਿਉਂਕਿ ਅਸੀਂ ਟੈਕਨੋਲੋਜੀ 'ਚ ਇਨਵੈਸਟਮੈਂਟ ਇਨੋਵੇਸ਼ਨ ਦੇ ਅੰਦਰ ਨਹੀਂ ਕੀਤੀ ਹੈਗੀ। ਔਰ ਜੇ ਤੁਸੀਂ ਦੇਖੋਗੇ ਅਮਰੀਕਾ ਦੀ, ਚਾਹੇ ਤੁਸੀਂ ਉਹਨੂੰ ਲਾਈਕ ਕਰੋ ਜਾਂ ਡਿਸਲਾਈਕ ਕਰੋ, one thing is their American dominance is not because of their military power or their economic power. Their dominance is because of research and development, innovation. ਤੁਸੀਂ ਪਿਛਲੇ 20 ਸਾਲ ਦੇ ਅੰਦਰ ਤੁਸੀਂ ਜਿੰਨਾ ਮਰਜ਼ੀ ਅਮਰੀਕਾ ਨੂੰ ਨਿੰਦਦੇ ਰਹੋ, ਮੈਨੂੰ ਦੱਸ ਦਿਓ ਕੋਈ ਇੱਕ ਕੰਪਨੀ ਜਿਹੜੀ $1 trillion ਦੀ ਕੰਪਨੀ ਬਣੀ ਹੋਏ ਐਕਸੈਪਟ ਅਮਰੀਕਨ। You pick up any company. Even ਜਿਹੜੇ ਟੈਕਨੋਲੋਜੀਕਲ ਟ੍ਰੈਂਡਸ ਨੇ ਜਾਂ ਸੋਸ਼ਲ ਮੀਡੀਆ ਗੂਗਲ ਹੈ, ਮਾਈਕਰੋਸਾਫਟ ਹੈ, ਟੈਸਲਾ ਹੈ, ਐਨੀ ਆਰਟੀਫਿਸ਼ੀਅਲ ਚਿਪ, ਐਨਵੀਡੀਆ ਕੰਪਨੀ ਹੈ। ਅੱਛਾ, ਇੱਕ ਹੋਰ ਗੱਲ ਤੁਹਾਨੂੰ ਦੱਸ ਦਿਆਂ। ਹੁਣ ਜਿਹੜੀ ਗੱਲ ਹੁਣੇ ਮੈਂ ਤੁਹਾਨੂੰ ਦੱਸਿਆ ਵੀ 44% ਨੈਸਡੈਕ ਗਰੋ ਕੀਤੀ ਹੈ,
ਇਹਦੇ ਅੰਦਰ ਮੋਸਟ ਰੋਲ ਜਿਹੜਾ ਹੈ ਉਹ ਮੈਗਨੀਫੀਸ਼ੈਂਟ 7 ਕੰਪਨੀਜ਼ ਦਾ ਹੈ। ਓਵਰਆਲ ਜੇ ਤੁਸੀਂ ਕਹੋਗੇ ਕਈ ਟੈਕਨੋਲੋਜੀ ਦੀ ਕੰਪਨੀਆਂ ਤਾਂ ਥੱਲੇ ਗਈਆਂ ਹੈਗੀਆਂ, ਲੇਕਿਨ ਇੰਡੈਕਸ 44% ਅਪ ਜਿਹੜਾ ਗਿਆ ਬਿਕਾਜ਼ ਆਫ ਦ ਡੋਮੀਨੈਂਸ ਆਫ ਦੋਜ਼ ਬਿਗ 7 ਕੰਪਨੀਜ਼ ਲਾਈਕ NVIDIA, Tesla, Amazon, Apple, Google, Microsoft, Meta। ਇਹ ਕੰਪਨੀਆਂ ਛੱਡ ਦਿਓ ਤਾਂ ਕੋਈ ਉਹਦੇ 'ਚ ਖਾਸ ਗਰੋਥ ਨਹੀਂ ਹੈ ਸਰ। ਪਰ ਦੇਖੋ ਖੈਰ ਇਹ ਅਮਰੀਕਨ ਕਲਚਰ ਦੀ ਤਾਂ ਬੜੀ ਵੱਡੀ ਕੰਟਰੀਬਿਊਸ਼ਨ ਹੈ ਵੀ ਜਿੰਨੇ ਇਹ ਇਸ ਵੇਲੇ ਟਰੈਂਡ ਨੇ ਗਲੋਬਲ ਇਕੋਨਮੀ 'ਚ, ਜਾਂ ਅਸੀਂ ਇਹਨਾਂ ਨੂੰ ਕਈ ਲੋਕ ਇਹ ਕਹਿ ਸਕਦੇ ਨੇ ਕਿ ਇਹ ਨਵੀਂ ਤਰ੍ਹਾਂ ਦੇ ਰਾਜੇ ਨੇ ਜੀ। ਐਲਨ ਮਸਕ, ਜ਼ਕਰਬਰਗ, ਜਾਂ ਇਹ ਜਿਹੜੇ ਲੋਕ ਨੇ ਜਿਨ੍ਹਾਂ ਟੈਕਨੋਲੋਜੀ ਦੇ ਖੇਤਰ 'ਚ ਦੁਨੀਆ ਨੂੰ ਰੂਲ ਕਰ ਰਹੇ ਨੇ ਕਿਸਮ ਦਾ। ਪਰ ਸਰ ਦੇ ਆਰ ਸੈਲਫ ਮੇਡ ਮੈਨ। ਵੀ ਟਰਾਈਂਗ ਟੂ ਫੋਰਗੈਟ ਇਹ ਐਲਨ ਮਸਕ ਨੂੰ 20 ਸਾਲ ਪਹਿਲਾਂ ਕੌਣ ਜਾਣਦਾ ਸੀ? ਬਿਲ ਗੇਟ ਨੂੰ 30 ਸਾਲ ਪਹਿਲਾਂ ਕੌਣ ਜਾਣਦਾ ਸੀ? ਜੈਫ ਬੇਜ਼ੋਸ ਨੂੰ 20 ਸਾਲ ਪਹਿਲਾਂ ਕੌਣ ਜਾਣਦਾ ਸੀ? ਸਟੀਵ ਜੌਬਸ ਨੂੰ 30 ਸਾਲ ਪਹਿਲਾਂ ਕੌਣ ਜਾਣਦਾ ਸੀ? ਔਰ ਇਹ ਵੀ ਨਹੀਂ ਹੈਗਾ ਵੀ ਕੋਈ ਕਿਸੇ ਸਰਕਾਰ ਦੇ ਨਾਲ ਮਿਲੀ ਜੁਲੀ ਭਗਤ ਦੇ ਨਾਲ ਇਹਦਾ ਸੈਲਫ ਮੇਡ ਮੈਨ। ਦੇ ਹੈਵ ਕ੍ਰੀਏਟ ਵੰਡਰਸ। ਪਿਓਰ ਇਨੋਵੇਸ਼ਨ ਸਰ, ਯਾ ਪਿਓਰ। ਇੱਥੇ ਸਾਰੀਆਂ ਵਾਈ ਦੇਖੋ ਸਾਡੇ ਤੁਸੀਂ ਇੱਥੇ ਵੀ ਦੇਖੋਗੇ ਅਮਰੀਕਾ ਦੇ ਅੰਦਰ ਨਾਸਾ ਦੇ ਅੰਦਰ ਜਾਂ ਟੈਕਨੋਲੋਜੀ ਮਾਰਕੀਟਸ more than 30% top positions are held by Indians। ਇੰਡੀਆ 'ਚ ਕਿਉਂ ਨਹੀਂ ਤਰੱਕੀ ਕਰਦੇ ਹੋ? ਕਿਉਂਕਿ ਉੱਥੇ ਹਾਲੇ ਅਸੀਂ ਬਣਾਇਆ ਨਹੀਂ ਹੈ ਇਨਫਰਾਸਟ੍ਰਕਚਰ। ਸਰ ਇਨੋਵੇਸ਼ਨ ਤਾਂ ਨਾਂ ਜ਼ੀਰੋ ਹੈ, ਰਿਸਰਚ ਐਂਡ ਡਿਵੈਲਪਮੈਂਟ 'ਚ ਤਾਂ ਨਾਂ ਜ਼ੀਰੋ ਹੈਗਾ ਆ। ਜਦੋਂ ਤੁਸੀਂ ਮੈਂ ਤੁਹਾਨੂੰ ਦੱਸਿਆ ਵੀ ਹੁਣ ਜਦੋਂ ਪਰ ਪਰਸਨ ਦੀ ਜਿਹੜੀ ਆ ਉਹ ਪਰਚੇਜ਼ਿੰਗ ਪਾਵਰ $2000 ਤੋਂ ਘੱਟ ਹੈ। ਹਾਲੇ ਤਾਂ ਤੁਸੀਂ ਹਾਲੇ ਤਾਂ ਤੁਸੀਂ ਦੇਖੋ ਹੁਣੇ ਸਰਕਾਰੀ ਹੈ, ਹਾਲੇ ਤਾਂ ਟਾਇਲਟ ਬਣਾਉਣ ਮਤਲਬ ਉਹ ਅਸੀਂ ਉਸ ਲੈਵਲ ਤੇ ਹੈਗੇ ਆ। ਖੈਰ ਦੂਜੇ ਪਾਸੇ ਗੱਲ ਚਲੇ ਜਾਏਗੀ, ਉਸ ਕੰਟਰੀ ਦੀ ਪ੍ਰੋਬਲਮ ਇਹ ਹੈ ਉੱਥੇ ਕੰਟਰਡਿਕਸ਼ਨ ਇੰਨੇ ਨੇ। ਇੱਕ ਪਾਸੇ ਬਿਲਕੁਲ ਜਿਹੜਾ ਦੁਨੀਆ ਦੀ ਹਾਈਲੀ ਐਡਵਾਂਸਡ ਇੰਸਟੀਟਿਊਸ਼ਨਸ ਵੀ ਨੇ, ਦੂਜੇ ਪਾਸੇ ਬਿਲਕੁਲ ਨਾਲ ਅਫਰੀਕਾ ਵੀ ਰਹਿ ਰਿਹਾ, ਅਫਰੀਕਾ ਵਰਗਾ ਲਾਈਫ ਸਟਾਈਲ ਵੀ ਹੈ। ਸੋ ਸਾਰਾ ਕੁਛ ਇੰਨੀ ਡਾਇਵਰਸਿਟੀ ਹੈ। ਡਾਇਵਰਸਿਟੀ ਹੈ ਜਦ ਤੱਕ ਤੁਸੀਂ ਇਨਕਲੂਸਿਵ ਨਹੀਂ ਕਰਦੇ। ਜਿਵੇਂ ਤੁਸੀਂ ਹੁਣੇ ਗੱਲ ਕੀਤੀ ਇੱਕ ਆਮ ਆਦਮੀ ਨੂੰ, ਤੁਸੀਂ ਝੌਂਪੜੀ ਵਾਲੇ ਨੂੰ, ਕਿਸੇ ਆਮ ਇਨਸਾਨ ਨੂੰ ਜਦ ਤੱਕ ਤੁਸੀਂ ਇਨਵੋਲਵ ਨਹੀਂ ਕਰਦੇ ਤੇ ਨੋ ਮੈਟਰ ਤੁਸੀਂ ਹੁਣ ਚਾਈਨਾ ਦੀ ਕਹਿਣ ਨੂੰ ਤਾਂ ਚਾਈਨਾ ਇਜ਼ ਦ ਸੈਕੰਡ ਲਾਰਜੈਸਟ ਇਕੋਨਮੀ। ਵਾਈ ਚਾਈਨੀਜ਼ ਪੀਪਲ ਵਾਂਟ ਟੂ ਕਮ ਟੂ ਕੈਨੇਡਾ? ਵਾਈ ਦੇ ਵਾਂਟ ਟੂ ਕਮ ਟੂ US? ਸੈਕੰਡ ਲਾਰਜੈਸਟ ਇਕੋਨਮੀ ਹੈ ਸਾਡੀ ਇਕੋਨਮੀ ਤਾਂ ਚਾਈਨਾ ਦੀ ਕੈਨੇਡਾ ਨਾਲੋਂ ਕਿਤੇ ਵੱਡੀ ਹੈਗੀ ਆ। ਵਾਈ ਦੇ ਵਾਂਟ ਟੂ ਕਮ ਟੂ ਕੈਨੇਡਾ? ਸੋ ਇਟ ਇਜ਼ ਦੀ ਪਰ ਪਰਸਨਸ ਪਰਚੇਜ਼ਿੰਗ ਪਾਵਰ, ਫਰੀਡਮ ਆਫ ਐਕਸਪ੍ਰੈਸ਼ਨ ਔਰ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ ਜਿਹਨੂੰ ਕਿ ਇੱਕ ਆਮ ਇਨਸਾਨ ਲਾਈਕ ਕਰਦਾ, ਨਾ ਕਿ ਸਿਰਫ ਇੱਕ ਇਕੱਲਾ ਪੈਸੇ ਬਣਾਉਣ ਵਾਲੀ ਮਸ਼ੀਨ ਹੀ ਹੈਗਾ ਆ ਸਰ। ਔਰ ਜੇ ਤੁਸੀਂ ਜਿਹੜੀ ਤੁਹਾਨੂੰ ਮੈਂ ਗੱਲ ਦੱਸ ਰਿਹਾ ਸੀ ਵੀ ਰਿਸਰਚ ਐਂਡ ਡਿਵੈਲਪਮੈਂਟ ਦੇ ਅੰਦਰ, ਇਨੋਵੇਸ਼ਨ ਦੇ ਅੰਦਰ ਅਮਰੀਕਾ ਦੀ ਡੋਮੀਨੈਂਸ ਹੈਗੀ ਆ। ਔਰ ਅਗਲੇ 50 ਸਾਲ ਨੈਕਸਟ 50 years no one can come close to even America। ਜੇ ਤੁਸੀਂ ਦੇਖੋ ਕਿੰਨਾ ਪੈਸਾ ਰਿਸਰਚ ਐਂਡ ਡਿਵੈਲਪਮੈਂਟ 'ਚ ਅਮਰੀਕਨਸ ਇਨਵੈਸਟ ਕਰਦੇ ਹੈ, ਪੂਰੀ ਦੁਨੀਆ ਦਾ ਇਕੱਠੇ ਪੈਸੇ ਕਰ ਲਓ ਤਾਂ ਵੀ ਉਸ ਤੋਂ ਅੱਧੇ ਵੀ ਨਹੀਂ ਬਣਦੇ ਸਰ। ਸੁਰਿੰਦਰਪਾਲ ਜੀ, ਇੱਕ ਮੈਸੇਜ ਆਇਆ ਹੋਇਆ ਹੈ ਮੋਨਾ ਸੇਖੋਂ ਦਾ ਕਿ ਆਫਟਰ 70 ਜੇ ਕੋਈ ਬੰਦਾ ਕੰਮ ਕਰ ਰਿਹਾ ਹੋਏ ਜੀ ਤਾਂ ਉਹ ਆਪਣੀ ਜਿਹੜੀ RSP ਵਗੈਰਾ 'ਚ ਪੈਸਾ ਪਾਉਣਾ ਇਹ ਸਮਝਦਾਰੀ ਵਾਲੀ ਗੱਲ ਹੋਏਗੀ ਜਾਂ ਫਿਰ ਟੈਕਸ ਰਿਲੀਫ ਵਗੈਰਾ ਕਿਵੇਂ ਲੈ ਸਕਦੇ? ਦੇਖੋ ਸਰ, ਜੇ ਉਹ 70 ਏਜ 'ਤੇ ਕੰਮ ਕਰ ਰਿਹਾ, 2 ਰੀਜ਼ਨਸ ਹੈ। ਆਈਦਰ ਹੀ ਇਜ਼ ਬੀਇੰਗ ਪੁਸ਼ ਟੂ ਵਰਕ, ਉਹਦੇ ਖਰਚੇ ਨਹੀਂ ਪੂਰੇ ਹੋ ਰਹੇ, ਠੀਕ ਹੈ, ਜਾਂ ਕਈ ਲੋਕ ਆਪਣੀ ਮਰਜ਼ੀ ਨਾਲ ਕੰਮ ਕਰਦੇ ਹੈ ਕਿ ਉਹ ਐਵੇਂ ਜ਼ਿੰਦਗੀ ਬੋਰਿੰਗ ਹੋ ਜਾਏ ਰਿਟਾਇਰਮੈਂਟ 'ਤੇ। ਦੇ ਸਟਿਲ ਵਾਂਟ ਟੂ ਕੀਪ ਵਰਕਿੰਗ ਐਂਡ ਦੇ ਆਰ ਵੈਰੀ ਪੈਸ਼ਨੇਟ ਟੂਵਰਡਸ ਦੇਅਰ ਵਰਕ ਆਲਸੋ। ਅਤੇ ਜੇ ਤਾਂ ਤੁਸੀਂ ਪੈਸ਼ਨੇਟ ਵਰਕਰ ਹੈਗੇ ਆ ਦੈਨ ਡਜ਼ਨਟ ਮੈਟਰ। ਪਰ ਜੇ ਤੁਸੀਂ ਫੋਰਸਡ ਹੈਗੇ ਆ ਬਈ ਤੁਸੀਂ ਹਲੇ ਘਰ ਦੇ ਖਰਚੇ ਤੁਹਾਡੇ ਪੇ ਨਹੀਂ ਹੋ ਰਹੇ, ਤੁਹਾਡੀ ਮੌਰਗੇਜ ਸਿਰ 'ਤੇ ਖੜੀ ਹੈ, ਅਤੇ ਟੈਕਸ ਬਚਾਉਣ ਲਈ ਸਾਧਨ ਇੱਕੋ ਹੀ ਆ। ਇਫ ਯੂ ਆਰ ਇੰਪਲੋਈ ਦੈਟ ਇਜ਼ RSP। RSP ਵੀ ਤੁਸੀਂ 71 ਦੀ ਏਜ ਤੱਕ ਕਰਾ ਸਕਦੇ ਹੋ ਸਰ। ਓਕੇ, ਇਸ ਤੋਂ ਉੱਤੇ ਨਹੀਂ ਕਰਾ ਸਕਦੇ। ਦ ਈਅਰ ਯੂ ਟਰਨ 71, ਈਵਨ ਜੇ ਤੁਸੀਂ RSP ਕਰਾਈ ਵੀ ਹੈ, that has to be rolled over into RIF। RIF stand for Registered Retirement Income Fund ਜਾਂ annuity। ਔਰ ਫਿਰ 72 ਤੇ ਤੁਹਾਨੂੰ 'ਚ ਪੈਸੇ ਕਢਾਉਣੇ ਪੈਣੇ ਆ। ਸੋ ਇਹ ਬਾਏ ਲਾਅ ਹੈ CRA ਦਾ, ਤੁਹਾਨੂੰ ਪੈਸੇ ਕਢਾਉਣੇ ਪੈਣੇ ਆ, ਤੁਸੀਂ ਰੱਖ ਵੀ ਨਹੀਂ ਸਕਦੇ। 71 ਤੱਕ ਤੁਸੀਂ ਪੈਸੇ ਰੱਖ ਸਕਦੇ ਆ। ਈਵਨ ਜਿਹੜਾ ਨਵਾਂ FHSA ਅਕਾਊਂਟ ਆਇਆ, ਇਹ ਵੀ ਏਜ 71 ਤੱਕ ਹੈਗਾ ਆ। ਬਈ ਤੁਸੀਂ ਜਿਵੇਂ ਕੋਲ ਕੋਈ 72 ਸਾਲ ਦਾ ਬੰਦਾ ਕਹੋ ਜੀ ਹੁਣ ਮੈਂ ਘਰ ਲੈਣਾ ਅਤੇ ਮੈਂ $8000 ਜਮ੍ਹਾਂ ਕਰਾ ਦਿਆਂ, ਹੀ ਵਿਲ ਨਾਟ ਟੇਕ ਐਨੀ ਐਡਵਾਂਟੇਜ। ਅਤੇ ਇਹ ਵੀ ਏਜ 71 ਤੱਕ ਹੈਗਾ ਆ। ਸੀ ਦੀ ਗੁੱਡ ਚੋਇਸ ਇਜ਼ ਹੀ ਔਰ ਸ਼ੀ ਹੈਜ਼ ਕਿ ਟੈਕਸ ਫਰੀ ਸੇਵਿੰਗ ਅਕਾਊਂਟ 'ਚੋਂ ਪੈਸੇ ਇਨਵੈਸਟਮੈਂਟ ਕਰੇ। ਕੋ ਟੈਕਸ ਫਰੀ ਸੇਵਿੰਗ ਅਕਾਊਂਟ 'ਚੋਂ ਤੁਸੀਂ ਇਨਵੈਸਟਮੈਂਟ ਕਰਦੇ ਆ, ਦੋਜ਼ ਆਰ ਨਾਟ
income tested or social benefit tested. What I mean is ਕਿ ਸਪੋਜ਼ ਤੁਹਾਨੂੰ ਕੋਈ ਪੈਨਸ਼ਨ ਮਿਲਦੀ ਆ ਔਰ ਕਈ ਪੈਨਸ਼ਨਸ ਜਿਵੇਂ ਗਾਰੰਟਿਡ ਇਨਕਮ ਸਪਲੀਮੈਂਟ ਪੈਨਸ਼ਨ ਹੈ ਉਹ ਇਨਕਮ ਟੈਸਟਡ ਹੁੰਦੀ ਆ, ਯਾਨੀ ਜੇ ਤੁਹਾਡੀ ਇਨਕਮ ਘੱਟ ਹੋਵੇ ਤਾਂ ਤੁਹਾਨੂੰ ਉਹ ਸਪਲੀਮੈਂਟ ਦੀ ਪੈਨਸ਼ਨ ਮਿਲਦੀ ਆ। ਜੇ ਤੁਸੀਂ TFS 'ਚ ਇਨਵੈਸਟਮੈਂਟ ਕਰਦੇ ਆ ਤਾਂ ਤੁਹਾਡੀ ਉਹ GIS ਦੀ ਪੈਨਸ਼ਨ 'ਤੇ ਕੋਈ ਇਫੈਕਟ ਨਹੀਂ ਪੈਂਦਾ। ਈਵਨ ਓਲਡ ਏਜ ਸਿਕਿਉਰਿਟੀ ਪੈਨਸ਼ਨ 'ਤੇ ਵੀ ਕਲॉबੈਕ ਹੈਗੇ ਆ। ਓਲਡ ਏਜ ਸਿਕਿਉਰਿਟੀ 'ਤੇ ਜੇ ਤੁਸੀਂ 1,30,000 ਤੋਂ ਤੁਹਾਡੀ ਇਨਕਮ ਵੱਧ ਹੋਏ ਦੈਨ ਯੂ ਡੋਂਟ ਗੈਟ ਐਨੀਥਿੰਗ ਓਲਡ ਏਜ ਸਿਕਿਉਰਿਟੀ ਪੈਨਸ਼ਨ। ਔਰ 110 ਤੋਂ ਜਾਂ 70-80,000 ਤੋਂ ਸ਼ੁਰੂ ਹੁੰਦੀ ਹੈ ਵੀ ਜੇ ਤੁਸੀਂ 80,000 ਤੋਂ ਇਨਕਮ ਜ਼ਿਆਦਾ ਹੈ ਫਿਰ ਤੁਹਾਡੀ ਜਿਹੜੀ ਓਲਡ ਏਜ ਸਿਕਿਉਰਿਟੀ ਪੈਨਸ਼ਨ ਹੈ ਬੁਢਾਪਾ ਪੈਨਸ਼ਨ। ਮੈਨੂੰ ਲੱਗਦਾ ਇਹਨਾਂ ਦਾ ਮੇਨ ਕੰਸਰਨ ਸ਼ਾਇਦ ਟੈਕਸ ਰਿਲੀਫ ਹੈ ਉਹਦੇ ਵਾਸਤੇ। ਨਹੀਂ, ਟੈਕਸ ਰਿਲੀਫ ਓਨਲੀ RSP ਹੈ ਸਰ, ਹੋਰ ਕੁਛ ਨਹੀਂ ਹੈ। RSP ਵੀ 71 ਤੱਕ ਹੈ, ਇਸ ਤੋਂ ਇਲਾਵਾ ਕੁਛ ਨਹੀਂ ਹੈ ਸਰ। ਅਤੇ ਜੈਦੀਪ ਸੈਣੀ ਅਗਰ 2025 ਦੇ ਵਿੱਚ ਕਹਿੰਦੇ ਘਰ ਬਾਏ ਕਰਦੇ ਹਾਂ ਅਤੇ ਕਿੰਨਾ ਫਰਕ ਪੈ ਸਕਦਾ ਹੈ? ਹੋਰ ਬੱਚੇ ਤਾਂ ਘਰਾਂ ਦੀ ਪ੍ਰਾਈਸ ਬਾਰੇ ਪੁੱਛ ਰਹੇ ਨੇ। ਉਹ ਰੀਅਲ ਸਟੇਟ ਐਕਸਪਰਟ ਕੈਨ ਗਿਵ ਐਨ ਆਈਡੀਆ, ਲੇਕਿਨ ਇਹ ਮੈਂ ਦੱਸ ਦਿਆਂ ਜੋ ਲੱਗ ਰਿਹਾ ਹੈ ਸ਼ਮੀਲ ਜੀ ਮੈਨੂੰ ਕਿ ਅਗਲੇ 3 to 6 ਮੰਥ ਦ ਮਾਰਕੀਟ ਵਿਲ ਸਟੇਬਲਾਈਜ਼ ਔਰ ਉਸ ਤੋਂ ਬਾਅਦ ਫਿਰ ਪ੍ਰਾਈਸਿਸ ਜਿਹੜੀ ਆ ਥੋੜ੍ਹਾ ਹੌਲੀ ਹੌਲੀ ਉੱਤੇ ਜਾਣੇ ਸ਼ੁਰੂ ਹੋ ਜਾਣਗੇ ਬਜਾਏ ਕਿ ਘਟਣ ਦੇ 2025 'ਚ। ਅੱਛਾ, ਅਗਰ ਕਿਸੇ ਦਾ ਕਹਿੰਦੇ ਨੇ ਘਰ ਲਿੱਤਾ ਹੋਇਆ ਬਟ ਪ੍ਰਾਇਮਰੀ ਪ੍ਰੋਪਰਟੀ ਨਹੀਂ ਹੈ ਪਿਛਲੇ 4 ਸਾਲ ਤੋਂ, ਉਹ ਜਿਹੜਾ ਅਕਾਊਂਟ ਜਿਹੜਾ ਦੂਸਰਾ ਉਹ ਅਕਾਊਂਟ ਫਸਟ ਹੋਮ ਸੇਵਿੰਗ ਅਕਾਊਂਟ, ਯੈਸ, ਉਹਦੇ ਲਈ ਜੇ ਤੁਹਾਡੇ ਕੋਲ ਪ੍ਰਿੰਸੀਪਲ ਰੈਜ਼ੀਡੈਂਸ ਨਹੀਂ ਹੈ ਔਰ ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਲਈ ਹੋਈ ਹੈ ਔਰ ਤੁਹਾਡੀ ਏਜ 71 ਤੋਂ ਘੱਟ ਹੈਗੀ ਹੈ, ਯੈਸ ਯੂ ਕੈਨ ਇਨਵੈਸਟ ਇਨ FHSA ਅਕਾਊਂਟ। ਫੋਰੈਕਸ ਟ੍ਰੇਡਿੰਗ ਵਿੱਚ ਟੈਕਸ ਕੀ ਹੁੰਦੇ ਆ? ਫੋਰਨ ਦੇਖੋ ਸਰ, ਜਿਹੜੀ ਇਹ ਟ੍ਰੇਡਿੰਗ ਹੈ ਆਈ ਆਲਵੇਜ਼ ਡਿਸਕਰੇਜ ਪੀਪਲ ਟੂ ਗੋ ਫॉर ਟ੍ਰੇਡਿੰਗ, ਚਾਹੇ ਉਹ ਡੇ ਟ੍ਰੇਡਿੰਗ ਹੋਏ। Forex trading is more like a gambling habit ਅਤੇ ਇਹਦੇ 'ਚ ਮੈਂ ਤਾਂ ਕੋਈ ਬਣਦਾ ਦੇਖੋ ਜੀ ਜ਼ਿੰਦਗੀ 'ਚ ਕਦੀ ਦੇਖਿਆ ਨਹੀਂ। ਮੈਂ ਲੋਕ ਬਰਬਾਦ ਹੀ ਹੁੰਦੇ ਦੇਖੇ ਆ, ਈਵਨ ਟ੍ਰੇਡਿੰਗ ਦੇ ਅੰਦਰ ਵੀ ਮੈਂ ਮੋਸਟਲੀ ਲੋਕ ਬਰਬਾਦ ਹੁੰਦੇ ਦੇਖੇ ਆ। ਔਰ ਇਹਦੇ ਅੰਦਰ ਕੋਈ ਵੀ ਚੀਜ਼ ਆ ਸਰ ਜਿਹੜੀ ਤੁਸੀਂ ਇਹ ਟ੍ਰੇਡਿੰਗ ਕਰਦੇ ਆ ਨਸ਼ਾ ਹੁੰਦਾ ਆ, ਇਟਸ ਅ ਗੈਮਲਿੰਗ ਹੈਬਿਟ, ਡੂ ਨਾਟ ਡੂ ਦੈਟ। ਔਰ ਹਾਂ, ਫੋਰਨ ਐਕਸਚੇਂਜ ਇਜ਼ ਅ ਬਿਗ ਮਤਲਬ ਫੈਕਟਰ ਵੈਨ ਯੂ ਇਨਵੈਸਟ ਓਵਰਸੀਜ਼। ਜੇ ਤੁਸੀਂ ਮੰਨ ਲਓ ਹੁਣ ਅਮੈਰੀਕਨ ਇਨਵੈਸਟਮੈਂਟ ਹੀ ਕਰਨੀ ਹੈ, ਜੇ ਨੈਕਸਟ ਈਅਰ ਅਮੈਰੀਕਨ ਮਾਰਕੀਟ ਗੋਜ਼ ਅਪ ਬਾਈ 10% ਲੇਕਿਨ ਅਮੈਰੀਕਨ ਡਾਲਰ ਲੂਜ਼ਿਜ਼ 6%, ਦੈਟ ਮੀਨਸ ਤੁਹਾਡੀ ਨੈਟ ਗੇਨ ਤਾਂ 4% ਹੀ ਹੋਇਆ ਜੀ। ਸੋ ਓਕੇ, ਆਖਰੀ ਹੁਣ ਮੇਰਾ ਸਵਾਲ ਹੈ ਜੀ, ਤੁਸੀਂ ਆਪਾਂ ਗੱਲ ਕਰ ਰਹੇ ਸੀ ਕਰੰਸੀ ਰੇਟਸ ਦੀ, ਇਹਦਾ ਇਨਵੈਸਟਿੰਗ ਨਾਲ ਇਨਵੈਸਟਮੈਂਟ ਨਾਲ ਇਹਨਾਂ ਦਾ ਜਿਹੜਾ ਆਪਸੀ ਲਿੰਕ ਹੈ ਕਿਵੇਂ ਉਹਨੂੰ ਇਹ ਅਫੈਕਟ ਕਰਦੀ ਹੈ, ਇਹਦੇ ਬਾਰੇ ਕੁਛ? ਇਹਦਾ ਮੈਂ ਦੱਸਿਆ ਜੀ ਕਿ ਜੇ ਤੁਹਾਨੂੰ ਹੁਣੇ ਐਗਜ਼ਾਮਪਲ ਦੱਸ ਰਿਹਾ ਸੀ ਵੀ ਜੇ 10% ਰਿਟਰਨ ਹੈ ਔਰ 6% ਤੁਹਾਡੀ ਕਰੰਸੀ ਐਪਰੀਸ਼ੀਏਟ ਹੋ ਗਈ, ਮੰਨ ਲਓ ਕੈਨੇਡੀਅਨ ਡਾਲਰ ਹੀ ਅਮੈਰੀਕਨ ਡਾਲਰ ਦੇ ਅਗੇਂਸਟ ਐਪਰੀਸ਼ੀਏਟ ਹੋ ਗਿਆ, 4% ਐਪਰੀਸ਼ੀਏਟ ਹੋ ਗਿਆ, ਦੈਟ ਮੀਨਸ ਰਿਟਰਨ ਵਿਲ ਬੀ ਓਨਲੀ 6%। ਪਲੱਸ ਫਿਰ ਜਦੋਂ ਤੁਸੀਂ ਕਰੰਸੀ ਨੂੰ ਟ੍ਰੇਡ ਕਰਨਾ ਆ, ਅਮੈਰੀਕਨ ਡਾਲਰ ਜੇ ਅਸੀਂ ਬਾਏ ਕਰਨਾ ਉਹ ਤੁਹਾਡਾ ਬਾਇੰਗ ਰੇਟ ਡਿਫਰੈਂਟ ਹੋਣਾ ਹੈ, ਫਿਰ ਵਾਪਸ ਤੁਸੀਂ ਕੈਨੇਡੀਅਨ ਡਾਲਰ 'ਚ ਲੈ ਕੇ ਆਓਗੇ ਫਿਰ ਰੇਟ ਡਿਫਰੈਂਟ ਹੋਣਾ ਆ। ਅਨਲੈਸ ਯੂ ਹੈਵ ਅ ਲੌਂਗ ਟਰਮ ਹੋਰਾਈਜ਼ਨ, ਤੁਸੀਂ ਮੰਨ ਲਓ 10-20 ਸਾਲ ਲਈ ਇਨਵੈਸਟਮੈਂਟ ਕਰ ਰਹੇ ਹੈ, ਦੈਨ ਯੂ ਸ਼ੁੱਡ ਇਨਵੈਸਟ ਇਨ ਦੀ ਜਿਵੇਂ ਕਹਿ ਲਓ ਕਿ ਉਸੇ ਕੰਟਰੀ ਦੀ ਕਰੰਸੀ ਬਾਏ ਕਰਕੇ ਕਰੋ। ਜਾਂ ਫਿਰ ਕਈ ਕੰਪਨੀਆਂ ਤੁਹਾਨੂੰ ਕਰੰਸੀ ਹੈਜ ਰਿਸਕ ਦਿੰਦੀਆਂ। ਵਾਟ ਇਟ ਮੀਨਸ ਇਜ਼ ਉਹ ਤੁਹਾਨੂੰ ਪ੍ਰੀਮੀਅਮ ਚਾਰਜ ਕਰਦੇ, ਇਸ ਤਰ੍ਹਾਂ ਫਰੀ ਦਿੰਦੀ ਹੈਗੀਆਂ ਬਈ ਉਹ ਰਿਸਕ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਪ੍ਰੀਮੀਅਮ ਹੈਗੀ ਆ। ਉਹ ਕੰਪਨੀ ਨੇ ਤੁਹਾਡੇ ਤੋਂ ਇੰਸ਼ੋਰੈਂਸ ਪ੍ਰੀਮੀਅਮ ਲੈ ਲਈ ਆ ਬਈ ਤੁਸੀਂ ਸਪੋਜ਼ ਅੱਜ ਜਿਸ ਰੇਟ 'ਤੇ ਲਿਆ ਜਦੋਂ ਸੈੱਲ ਕਰੋਗੇ ਉਸੇ ਰੇਟ 'ਤੇ ਤੁਹਾਨੂੰ ਮਿਲ ਜਾਣਾ। ਅਤੇ ਕੈਨੇਡੀਅਨ ਡਾਲਰ ਦਾ ਤੁਹਾਨੂੰ ਉਹ ਫਿਰ ਐਵਰੀ ਈਅਰ ਦਿਲ ਬੀ ਚਾਰਜਿੰਗ ਯੂ ਇੰਸ਼ੋਰੈਂਸ ਪ੍ਰੀਮੀਅਮ ਔਨ ਦਿਸ। ਅਤੇ ਕਈ ਕੰਪਨੀਜ਼ ਇਸ ਤਰ੍ਹਾਂ ਤੁਸੀਂ ਆਪਣੇ ਰਿਸਕ ਨੂੰ ਹੈਜ ਕਰਦੇ ਆ ਕਿ ਕਰੰਸੀ ਨੂੰ ਹੈਜ ਕਰ ਦਿੰਦੇ ਆ, ਪਰ ਦੀਜ਼ ਅ ਵੈਰੀ ਟੈਕਨੀਕਲ ਫੈਕਟਰਸ, ਆਮ ਆਦਮੀ ਜਿਹੜਾ ਉਹ ਇਹਨਾਂ ਚੀਜ਼ਾਂ 'ਚ ਨਹੀਂ ਪੈਂਦਾ। ਸੋ ਇਟਸ ਬੈਟਰ ਟੂ ਗੋ ਇਨ ਇਨਵੈਸਟਮੈਂਟਸ ਇਨ ਦੋਜ਼ ETFs ਜਾਂ ਫਿਰ ਜਿਹੜੀ ਤੁਸੀਂ ਇੰਡੈਕਸਿਸ ਹੁੰਦੇ ਨੇ, ਬਟ ਮੇਕ ਸ਼ੋਰ ਯੂ ਡੈਫੀਨਿਟਲੀ ਲੁੱਕ ਐਟ ਦੀ ਕਰੰਸੀ ਐਕਸਚੇਂਜ ਰਿਸਕ। ਅੱਛਾ, ਮੇਰੇ ਕੋਲ ਕਈ ਕੁਐਸਚਨ ਹੁਣ ਆ ਰਹੇ ਸੀ, ਜਿਹੜਾ ਇਹ FHSA ਅਕਾਊਂਟ ਹੈ ਜੀ, ਸੋ ਇਹ ਹੁਣ ਅਸੀਂ ਔਨ ਏਅਰ ਤਾਂ ਨਹੀਂ ਲੈ ਸਕਦੇ, ਤੁਸੀਂ ਆਪਣਾ ਨੰਬਰ ਦੇ ਦਿਓ। ਸ਼ੋਰ ਸਰ, FHSA ਦੀ ਡੈਡਲਾਈਨ ਅੱਜ ਹੀ ਹੈਗੀ ਆ, ਕਿਉਂਕਿ ਜੇ ਤੁਸੀਂ ਬੇਸ਼ੱਕ ਪੈਸੇ ਨਹੀਂ ਪਾਉਣੇ, ਅੱਜ ਤੁਸੀਂ ਕਿਸੇ ਵੀ ਔਨਲਾਈਨ ਅਕਾਊਂਟ ਤੁਸੀਂ ਖੋਲ੍ਹ ਸਕਦੇ ਆ, ਕਿਸੇ ਵੀ ਜਿਹੜੇ ਵੀ ਤੁਸੀਂ ਬੈਂਕ ਦੇ ਨਾਲ ਹੈਗੇ ਆ, ਜਾਂ ਤੁਸੀਂ ਮੇਰੇ ਕੋਲ ਵੀ ਖੋਲ੍ਹ ਸਕਦੇ ਆ। ਆਈ ਕੈਨ ਓਪਨ ਯੂਰ ਔਨਲਾਈਨ ਅਕਾਊਂਟ, ਯੂ ਡੂ ਨਾਟ ਹੈਵ ਟੂ ਇਨਵੈਸਟ ਅ ਸਿੰਗਲ ਪੈਨੀ। ਔਰ ਜੇ ਤੁਸੀਂ ਅੱਜ ਅਕਾਊਂਟ ਖੋਲ੍ਹੋ, ਕਿਉਂਕਿ ਅੱਜ ਹੀ ਲਾਸਟ ਟ੍ਰੇਡਿੰਗ ਡੇ ਹੈ, ਕੱਲ੍ਹ ਪਰਸੋਂ ਬੈਂਕਿੰਗ ਡੇਜ਼ ਹੌਲੀਡੇਜ਼ ਨੇ,
ਤੇ ਅੱਜ ਜੇ ਖੋਲੋਗੇ ਤੁਹਾਡੀ 8000 ਦੀ ਲਿਮਿਟ ਜਿਹੜੀ ਹੈ ਇਸ ਸਾਲ ਦੀ ਐਡ ਹੋ ਜਾਏਗੀ ਔਰ ਅਗਲੇ ਸਾਲ ਤੁਸੀਂ ਫਿਰ 16 ਡਾਲਰ ਤੁਸੀਂ ਇਨਵੈਸਟਮੈਂਟ ਕਰ ਸਕਦੇ ਆ। ਪਰ ਜੇ ਤੁਸੀਂ ਇਸ ਸਾਲ 'ਚ ਇਨਵੈਸਟਮੈਂਟ ਕਰ ਦੋਗੇ $8,000 ਫਿਰ ਤੁਹਾਨੂੰ ਟੈਕਸ ਰਾਈਟ ਆਫ ਵੀ ਮਿਲ ਜਾਣੀ ਹੈ। FHSA ਬਾਰੇ ਕੋਈ ਕੁਐਸਚਨ ਹੈ, TFSA ਬਾਰੇ ਹੈ, ਈਵਨ RESP ਕੈਚਅਪ ਕਰਨੀ ਹੈ ਆਪਣੇ ਬੱਚਿਆਂ ਦੀ, ਉਹਦੀ ਵੀ ਡੈਡਲਾਈਨ ਅੱਜ ਹੀ ਹੈਗੀ ਆ। ਕੋਈ ਕੁਐਸਚਨ ਹੈ ਦੈਨ ਗਿਵ ਮੀ ਅ ਕਾਲ। ਮਾਈ ਡਾਇਰੈਕਟ ਲਾਈਨ ਨੰਬਰ ਇਜ਼ 416-573-4798 416-573-4798 ਪੰਜਾਬੀ 416 573 4798। ਔਰ ਜਾਣ ਤੋਂ ਪਹਿਲੇ ਸਾਰੇ ਸਰੋਤਿਆਂ ਨੂੰ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ। ਥੈਂਕ ਯੂ।